हेलो स्टूडेंट्स, हाउ आर यू? ਅੱਜ ਅਸੀਂ ਕਰਨ ਜਾ ਰਹੇ ਹਾਂ ਲੈਸਨ 8th ਦ ਮੇਕਿੰਗ ਆਫ ਦ ਅਰਥ। ਧਰਤੀ ਕਿੱਦਾਂ ਬਣੀ, ਧਰਤੀ ਦਾ ਬਣਨਾ। ਲੈਟਸ ਸਟਾਰਟ। ਜਵਾਹਰ ਲਾਲ ਨਹਿਰੂ 1889 to 1964। ਜਵਾਹਰ ਲਾਲ ਨਹਿਰੂ ਜੋ ਕਿ 1899 ਵਿੱਚ ਪੈਦਾ ਹੋਏ ਅਤੇ ਜਿਨ੍ਹਾਂ ਦਾ ਦੇਹਾਂਤ 1964 ਈਸਵੀ ਵਿੱਚ ਹੋਇਆ। ਵਾਜ਼ ਅ ਪ੍ਰੋਲਿਫਿਕ ਰਾਈਟਰ। ਪ੍ਰੋਲਿਫਿਕ ਹੁੰਦਾ ਉੱਗੇ, ਕਿ ਜਵਾਹਰ ਲਾਲ ਨਹਿਰੂ ਇੱਕ ਉੱਗੇ ਲਿਖਾਰੀ ਸਨ, ਲੇਖਕ ਸਨ। ਹੀ ਵਾਜ਼ ਐਨ ਓਰੀਜਨਲ ਥਿੰਕਰ। ਉਹ ਇੱਕ ਮੌਲਿਕ ਵਿਚਾਰਕ ਸਨ। ਓਰੀਜਨਲ ਥਿੰਕਰ ਹੁੰਦਾ ਕਿ ਜੋ ਵਿਅਕਤੀ ਸੋਚਣ ਸਮਝਣ ਵਿੱਚ ਬੜਾ ਕ੍ਰੀਏਟਿਵ ਹੋਵੇ, ਕਿ ਉਹ ਕਿਸੇ ਚੀਜ਼ ਪ੍ਰਤੀ ਜਾਂ ਕਿਸੇ ਵਿਅਕਤੀ ਪ੍ਰਤੀ ਆਪਣਾ ਨਜ਼ਰੀਆ ਆਪਣੀ ਹੀ ਸਮਝ ਦੇ ਨਾਲ ਵਿਕਸਿਤ ਕਰੇ। ਉਸ ਦਾ ਗਿਆਨ ਕਿਤਾਬਾਂ ਉੱਤੇ ਆਧਾਰਿਤ ਨਾ ਹੋ ਕੇ ਬਲਕਿ ਉਸ ਦੀ ਆਪਣੀ ਹੀ ਸੋਚਣੀ ਤੇ ਆਧਾਰਿਤ ਹੋਵੇ। ਭਾਵ ਉਹ ਜ਼ਿੰਦਗੀ ਪ੍ਰਤੀ ਸੋਚ ਕਿਸੇ ਦੂਜੇ ਦੇ ਹਿਸਾਬ ਨਾਲ ਨਾ ਬਣਾਵੇ, ਆਪਣੇ ਦਿਮਾਗ ਨਾਲ ਸੋਚ ਕੇ ਆਪਣੀ ਲਾਈਫ ਨੂੰ ਬਸਰ ਕਰੇ। ਉਸ ਨੂੰ ਕਹਿੰਦੇ ਹਨ ਓਰੀਜਨਲ ਥਿੰਕਰ। ਐਂਡ ਹੈਡ ਗ੍ਰੇਟ ਇਨਸਾਈਟ। ਅਤੇ ਉਹਨਾਂ ਦੀ ਬੜੀ ਸੂਖਮ ਦ੍ਰਿਸ਼ਟੀ ਸੀ, ਹਰ ਇੱਕ ਚੀਜ਼ ਨੂੰ ਬਹੁਤ ਸੂਖਮਤਾ ਨਾਲ ਦੇਖਦੇ ਸੀ, ਮਾਈਨਿਊਟਲੀ ਆਬਜ਼ਰਵ ਕਰਦੇ ਸਨ। ਹਿਜ਼ ਫੇਮਸ ਬੁੱਕਸ ਆਰ ਗਲਿੰਪਸਿਸ ਆਫ ਵਰਲਡ ਹਿਸਟਰੀ ਐਂਡ ਡਿਸਕਵਰੀ ਆਫ ਇੰਡੀਆ। ਗਲਿੰਪਸਿਸ ਆਫ ਵਰਲਡ ਹਿਸਟਰੀ ਐਂਡ ਡਿਸਕਵਰੀ ਆਫ ਇੰਡੀਆ ਉਹਨਾਂ ਦੀਆਂ ਮਸ਼ਹੂਰ ਕਿਤਾਬਾਂ ਹਨ। This small piece is an extract from Nehru's letters from a father to his daughter, which he wrote to his daughter Indira in the summer of 1928 when she was at Mussoorie। ਇਹ ਲੈਸਨ ਜੋ ਅਸੀਂ ਪੜ੍ਹਨ ਜਾ ਰਹੇ ਹਾਂ, ਇਹ ਨਹਿਰੂ ਜੀ ਦੁਆਰਾ ਆਪਣੀ ਬੇਟੀ ਇੰਦਰਾ ਨੂੰ ਲਿਖੀਆਂ ਹੋਈਆਂ ਚਿੱਠੀਆਂ ਦੇ ਵਿੱਚੋਂ ਇੱਕ ਛੋਟਾ ਜਿਹਾ ਪਾਠ ਲਿਆ ਗਿਆ ਹੈ, ਜਦੋਂ ਕਿ ਉਹਨਾਂ ਦੀ ਬੇਟੀ ਇੰਦਰਾ 1928 ਦੇ ਵਿੱਚ ਮਸੂਰੀ ਵਿੱਚ ਸੀ। This bunch of 30 letters contains essential facts of evolution of man, beginning from the making of the earth to the great age of the Ramayana and the Mahabharata। ਇਹਨਾਂ 30 ਚਿੱਠੀਆਂ ਦੇ ਪੈਕ ਦੇ ਵਿੱਚ ਧਰਤੀ ਦੇ ਬਣਨ ਤੋਂ ਲੈ ਕੇ ਰਮਾਇਣ ਅਤੇ ਮਹਾਭਾਰਤ ਵਰਗੇ ਮਹਾਨ ਯੁੱਗਾਂ ਤੱਕ ਮਨੁੱਖ ਦੇ ਵਿਕਾਸ ਦੇ ਮਹੱਤਵਪੂਰਨ ਪਹਿਲੂਆਂ ਬਾਰੇ ਜ਼ਿਕਰ ਹੈ। In this letter, Nehru begins by defining the solar system to which our earth belongs। ਇਸ ਚਿੱਠੀ ਦੇ ਵਿੱਚ ਨਹਿਰੂ ਸੂਰਜ ਪ੍ਰਣਾਲੀ ਭਾਵ ਸੌਰ ਪ੍ਰਣਾਲੀ ਜਿਹਦੇ ਨਾਲ ਸਾਡੀ ਧਰਤੀ ਸੰਬੰਧਿਤ ਹੈ, ਉਸ ਦਾ ਵਰਣਨ ਕਰਦਾ ਹੋਇਆ ਇਹ ਚਿੱਠੀ ਸ਼ੁਰੂ ਕਰਦਾ ਹੈ। He goes on to differentiate between a planet and a star। ਉਹ ਇੱਕ ਗ੍ਰਹਿ ਅਤੇ ਤਾਰੇ ਦੇ ਵਿਚਕਾਰ ਅੰਤਰ ਨੂੰ ਬਿਆਨ ਕਰਦਾ ਹੋਇਆ ਅੱਗੇ ਵੱਧਦਾ ਹੈ। He later talks of the breaking away of the earth from the sun। ਬਾਅਦ ਵਿੱਚ ਉਹ ਸੂਰਜ ਤੋਂ ਧਰਤੀ ਦੇ ਟੁੱਟ ਕੇ ਅਲੱਗ ਹੋਣ ਬਾਰੇ ਵੀ ਗੱਲ ਕਰਦਾ ਹੈ। The breaking away of the moon from the earth। ਅਤੇ ਉਸ ਤੋਂ ਬਾਅਦ ਧਰਤੀ ਤੋਂ ਚੰਨ ਦੇ ਟੁੱਟ ਕੇ ਅਲੱਗ ਹੋਣ ਬਾਰੇ ਵੀ ਗੱਲ ਕਰਦਾ ਹੈ। The gradual cooling of the earth and the moon। ਅਤੇ ਹੌਲੀ ਹੌਲੀ ਧਰਤੀ ਅਤੇ ਚੰਨ ਦੇ ਠੰਡੇ ਹੋਣ ਬਾਰੇ ਵੀ ਗੱਲ ਕਰਦਾ ਹੈ। The condensation of vapors on the surface of the earth। ਅਤੇ ਉਸ ਤੋਂ ਬਾਅਦ ਧਰਤੀ ਦੇ ਤਲ ਤੇ ਮੌਜੂਦ ਪਾਣੀ ਦੇ ਵਾਸ਼ਪਾਂ ਦੇ ਸੰਘਣੇ ਹੋਣ ਬਾਰੇ ਵੀ ਗੱਲ ਕਰਦਾ ਹੈ। ਐਂਡ the formation of the great oceans। ਅਤੇ ਕਿਸ ਤਰ੍ਹਾਂ ਮਹਾਸਾਗਰ ਬਣੇ। ਫਾਰਮੇਸ਼ਨ ਹੁੰਦਾ ਬਣਨਾ, ਕਿ ਕਿਸ ਤਰ੍ਹਾਂ ਮਹਾਸਾਗਰ ਬਣੇ, ਇਸ ਦਾ ਵੀ ਉਹ ਜ਼ਿਕਰ ਕਰਦਾ ਹੈ। ਸੋ ਇੱਥੋਂ ਉਹ ਚਿੱਠੀ ਸ਼ੁਰੂ ਹੁੰਦੀ ਹੈ ਜੋ ਜਵਾਹਰ ਲਾਲ ਨਹਿਰੂ ਨੇ ਆਪਣੀ ਬੇਟੀ ਇੰਦਰਾ ਵਾਸਤੇ ਲਿਖੀ। ਲੈਟਸ ਸਟਾਰਟ। You know that the earth goes round the sun and the moon goes round the earth। ਜਿਵੇਂ ਤੂੰ ਜਾਣਦੀ ਹੈ ਕਿ ਧਰਤੀ ਸੂਰਜ ਦੇ ਦੁਆਲੇ ਘੁੰਮਦੀ ਹੈ ਅਤੇ ਚੰਨ ਧਰਤੀ ਦੇ ਦੁਆਲੇ ਘੁੰਮਦਾ ਹੈ। You know also perhaps that there are several other bodies which like the earth go round the sun। ਤੂੰ ਸ਼ਾਇਦ ਇਹ ਵੀ ਜਾਣਦੀ ਹੋਵੇਂ ਕਿ ਧਰਤੀ ਦੀ ਤਰ੍ਹਾਂ ਹੀ ਹੋਰ ਕਈ ਦੂਜੇ ਪੁੰਜ ਵੀ ਹਨ ਜੋ ਕਿ ਸੂਰਜ ਦੇ ਦੁਆਲੇ ਚੱਕਰ ਕੱਟਦੇ ਹਨ। All these including our earth are called planets of the sun। ਇਹ ਸਾਰੇ ਸਾਡੀ ਧਰਤੀ ਸਮੇਤ ਸੂਰਜ ਦੇ ਗ੍ਰਹਿ
ਅਖਵਾਉਂਦੇ ਹਨ। The moon is called a satellite of the earth. ਚੰਨ ਨੂੰ ਧਰਤੀ ਦਾ ਉਪਗ੍ਰਹਿ ਕਿਹਾ ਜਾਂਦਾ ਹੈ because it hangs on to it, ਕਿਉਂਕਿ ਇਹ ਧਰਤੀ ਦੇ ਦੁਆਲੇ ਹੀ ਰਹਿੰਦਾ ਹੈ। The other planets have also got their satellites. ਦੂਜੇ ਗ੍ਰਹਿਾਂ ਦੇ ਵੀ ਆਪਣੇ ਉਪਗ੍ਰਹਿ ਹਨ। The sun and the planets with their satellites form a happy family. ਸੂਰਜ, ਗ੍ਰਹਿ ਅਤੇ ਉਹਨਾਂ ਦੇ ਉਪਗ੍ਰਹਿ ਇਹ ਸਾਰੇ ਮਿਲ ਕੇ ਖੁਸ਼ਹਾਲ ਪਰਿਵਾਰ ਦਾ ਨਿਰਮਾਣ ਕਰਦੇ ਹਨ। This is called the solar system. ਇਸੇ ਨੂੰ ਹੀ solar system ਕਿਹਾ ਜਾਂਦਾ ਹੈ। Solar means belonging to the sun. Solar ਤੋਂ ਭਾਵ ਸੂਰਜ ਨਾਲ ਸੰਬੰਧਿਤ, and the sun being the father of all the planets, the whole group is called the solar system. ਅਤੇ ਸੂਰਜ ਇਹਨਾਂ ਸਾਰੇ ਪਲੈਨਟਸ ਦਾ ਪਿਤਾ ਹੋਣ ਦੇ ਨਾਤੇ ਇੱਕ ਗਰੁੱਪ ਬਣਾਉਂਦਾ ਹੈ ਜਿਸ ਨੂੰ solar system ਕਿਹਾ ਜਾਂਦਾ ਹੈ। At night you see thousands of stars in the sky. ਰਾਤ ਨੂੰ ਤੁਸੀਂ ਹਜ਼ਾਰਾਂ ਹੀ ਤਾਰੇ ਆਕਾਸ਼ ਵਿੱਚ ਦੇਖਦੇ ਹੋ। Only a few of these are the planets and these are really not called stars at all. ਉਹਨਾਂ ਵਿੱਚੋਂ ਕੁਝ ਹੀ ਹਨ ਜੋ ਕਿ ਗ੍ਰਹਿ ਹਨ ਅਤੇ ਸੱਚੀ ਇਹਨਾਂ ਨੂੰ ਅਸੀਂ ਤਾਰੇ ਬਿਲਕੁਲ ਨਹੀਂ ਕਹਿ ਸਕਦੇ। Can you distinguish between a planet and a star? ਕਿ ਤੂੰ ਗ੍ਰਹਿ ਅਤੇ ਤਾਰੇ ਦੇ ਵਿਚਕਾਰ ਅੰਤਰ ਕਰ ਸਕਦੀ ਹੈ? The planets are really quite tiny like our earth compared to the stars, but they look bigger in the sky because they are much nearer to us. ਗ੍ਰਹਿਾਂ ਦਾ ਜੇ ਅਸੀਂ ਤਾਰਿਆਂ ਦੇ ਨਾਲ ਮਿਲਾਨ ਕਰੀਏ ਤਾਂ ਇਹ ਤਾਰਿਆਂ ਦੇ ਹਿਸਾਬ ਨਾਲ ਕਾਫੀ ਛੋਟੇ ਹੁੰਦੇ ਹਨ ਜਿੱਦਾਂ ਕਿ ਸਾਡੀ ਧਰਤੀ ਹੈ, ਪਰ ਇਹ ਦੇਖਣ ਨੂੰ ਆਸਮਾਨ ਦੇ ਵਿੱਚ ਵੱਡੇ ਲੱਗਦੇ ਹਨ ਕਿਉਂਕਿ ਇਹ ਸਾਡੇ ਨੇੜੇ ਹੁੰਦੇ ਹਨ। Just as the moon, which is in reality quite a baby, ਜਿੱਦਾਂ ਕਿ ਚੰਦ ਇਹ ਅਸਲ ਵਿੱਚ ਇੱਕ ਛੋਟੇ ਬੱਚੇ ਦੀ ਤਰ੍ਹਾਂ ਹੀ ਹੈ, looks so big because it is quite near to us, ਪਰ ਇਹ ਦੇਖਣ ਨੂੰ ਵੱਡਾ ਲੱਗਦਾ ਹੈ ਕਿਉਂਕਿ ਇਹ ਸਾਡੇ ਕਾਫੀ ਨੇੜੇ ਹੈ। But the real way to distinguish the stars from the planets is to see if they twinkle or not. ਪਰ ਜੇ ਤਾਰਿਆਂ ਅਤੇ ਗ੍ਰਹਿਾਂ ਦੇ ਵਿੱਚ ਅੰਤਰ ਕੱਢਣਾ ਹੋਵੇ ਤਾਂ ਸਹੀ ਤਰੀਕਾ ਇਹੀ ਹੈ ਕਿ ਇਹ ਦੇਖਿਆ ਜਾਵੇ ਕਿ ਇਹ ਚਮਕ ਰਹੇ ਹਨ ਕਿ ਨਹੀਂ। Stars twinkle, planets do not. ਤਾਰੇ ਚਮਕਦੇ ਹਨ, ਗ੍ਰਹਿ ਨਹੀਂ ਚਮਕਦੇ। That is because the planets only shine because they get the light of our sun. ਇਹ ਇਸ ਕਰਕੇ ਵੀ ਹੈ ਕਿ ਪਲੈਨਟਸ ਉਦੋਂ ਹੀ ਚਮਕਦੇ ਹਨ ਜਦੋਂ ਉਹ ਸੂਰਜ ਤੋਂ ਰੋਸ਼ਨੀ ਲੈਂਦੇ ਹਨ। It is only the sunshine on the planets or the moon that we see. ਇਹ ਚੰਨ ਉੱਤੇ ਪੈਂਦੀ ਸੂਰਜ ਦੀ ਧੁੱਪ ਹੀ ਹੈ ਜੋ ਅਸੀਂ ਦੇਖਦੇ ਹਾਂ। The real stars are like our sun. ਅਸਲ ਤਾਰੇ ਸਾਡੇ ਸੂਰਜ ਵਰਗੇ ਹੀ ਹਨ। They shine of themselves. ਉਹ ਆਪਣੇ ਆਪ ਵਿੱਚ ਚਮਕਦੇ ਹਨ because they are very hot and burning. ਕਿਉਂਕਿ ਉਹ ਬਹੁਤ ਗਰਮ ਹੁੰਦੇ ਹਨ ਅਤੇ ਬਲਦੇ ਹੁੰਦੇ ਹਨ। In reality, our sun itself is a star. ਅਸਲੀਅਤ ਵਿੱਚ ਸਾਡਾ ਸੂਰਜ ਵੀ ਇੱਕ ਤਾਰਾ ਹੀ ਹੈ। Only it looks bigger as it is nearer. ਸਿਰਫ ਇਹ ਵੱਡਾ ਦਿਸਦਾ ਹੈ ਕਿਉਂਕਿ ਇਹ ਨੇੜੇ ਹੈ and we see it as a great ball of fire. ਅਤੇ ਅਸੀਂ ਇਸ ਨੂੰ ਇੱਕ ਵੱਡੇ ਅੱਗ ਦੇ ਗੋਲੇ ਦੀ ਤਰ੍ਹਾਂ ਦੇਖਦੇ ਹਾਂ। So that our earth belongs to the family of the sun, the solar system. ਇਸ ਕਰਕੇ ਸਾਡੀ ਧਰਤੀ ਸੂਰਜ ਦੇ ਪਰਿਵਾਰ ਦੇ ਨਾਲ ਭਾਵ ਸੌਰ ਪ੍ਰਣਾਲੀ ਦੇ ਨਾਲ ਸੰਬੰਧ ਰੱਖਦੀ ਹੈ। We think the earth is very big. ਅਸੀਂ ਸੋਚਦੇ ਹਾਂ ਕਿ ਧਰਤੀ ਬਹੁਤ ਵੱਡੀ ਹੈ and it is big compared to our tiny cells. ਅਤੇ ਇਹ ਸਾਡੀ ਛੋਟੀ ਹੋਂਦ ਦੇ ਮੁਕਾਬਲੇ ਬਹੁਤ ਵੱਡੀ ਹੈ। It takes weeks and months to go from one part of it to another. ਧਰਤੀ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਵੱਲ ਜਾਣ ਲਈ ਕਈ ਹਫ਼ਤੇ ਅਤੇ ਕਈ ਮਹੀਨੇ ਲੱਗ ਜਾਂਦੇ ਹਨ। Even in a fast train or steamer. ਭਾਵੇਂ ਅਸੀਂ ਕਿਸੇ ਫਾਸਟ ਟ੍ਰੇਨ ਤੇ ਜਾਈਏ ਜਾਂ ਕਿਸੇ ਸਮੁੰਦਰੀ ਜਹਾਜ਼ ਵਿੱਚ। But although it seems so big to us, it is just like a speck of dust hanging in the air. ਭਾਵੇਂ ਇਹ ਬਹੁਤ ਵੱਡੀ ਪ੍ਰਤੀਤ ਹੁੰਦੀ ਹੈ ਪਰ ਆਕਾਸ਼ ਵਿੱਚ ਇਹ ਇੱਕ ਲਟਕੇ ਹੋਏ ਧੂੜ ਦੇ ਕਣ ਤੋਂ ਜ਼ਿਆਦਾ ਕੁਝ ਵੀ ਨਹੀਂ। ਸਪੈਕ ਹੁੰਦਾ ਕਣ। ਸੂਖਮ ਕੋਈ ਵੀ ਚੀਜ਼ ਹੋਵੇ ਉਹਨੂੰ ਆਪਾਂ ਕਹਿੰਦੇ ਆ ਸਪੈਕ।
The sun is millions of miles away. ਸੂਰਜ ਇੱਥੋਂ ਲੱਖਾਂ ਹੀ ਮੀਲ ਦੂਰ ਹੈ and the other stars are even further away. ਅਤੇ ਦੂਜੇ ਤਾਰੇ ਉਸ ਤੋਂ ਹੋਰ ਕਿੰਨੀ ਦੂਰ ਹਨ. Astronomer, those people who study the stars. ਕਿ astronomer ਜਿਹੜੇ ਕਿ ਤਾਰਿਆਂ ਦਾ ਵਿਸ਼ਲੇਸ਼ਣ ਕਰਦੇ ਹਨ, tell us that long ago the earth and all the planets were part of the sun. ਕਿ ਬਹੁਤ ਚਿਰ ਪਹਿਲਾਂ ਧਰਤੀ ਅਤੇ ਗ੍ਰਹਿ ਇਸ ਸੂਰਜ ਦਾ ਹਿੱਸਾ ਸਨ. The sun was then as it is now a mass of flaming matter. ਸੂਰਜ ਜਿੱਦਾਂ ਕਿ ਉਹ ਹੁਣ ਹੈ ਇੱਕ ਬਲਦਾ ਹੋਇਆ ਪੁੰਜ ਸੀ. Terribly hot, ਬਹੁਤ ਜ਼ਿਆਦਾ ਗਰਮ. Somehow little bits of the sun got loose and they shot out into the air. ਕੁਝ ਹੱਦ ਤੱਕ ਸੂਰਜ ਤੋਂ ਕੁਝ ਟੁਕੜੇ ਅਲੱਗ ਹੋ ਗਏ ਅਤੇ ਉਹ ਇੱਕ ਧਮਾਕੇ ਦੇ ਨਾਲ ਆਕਾਸ਼ ਦੇ ਵਿੱਚ ਫੈਲ ਗਏ. But they could not wholly get rid of their father, the sun. ਪਰ ਉਹ ਅਲੱਗ ਹੋਏ ਟੁਕੜੇ ਆਪਣੇ ਪਿਤਾ ਤੋਂ ਭਾਵ ਸੂਰਜ ਤੋਂ ਪੂਰੀ ਤਰ੍ਹਾਂ ਅਲੱਗ ਨਾ ਹੋ ਸਕੇ. It was as if a rope was tied to them. ਇਹ ਇਦਾਂ ਸੀ ਕਿ ਜਿੱਦਾਂ ਉਹਨਾਂ ਦੇ ਨਾਲ ਕੋਈ ਰੱਸੀ ਬੰਨੀ ਹੋਈ ਹੋਵੇ. And they kept whirling round the sun. This strange force which I have compared to a rope is something which attracts little things to great. ਇਸ ਅਜੀਬ ਜਿਹੀ ਤਾਕਤ ਜਿਸ ਦਾ ਕਿ ਮੈਂ ਇੱਕ ਰੱਸੀ ਦੇ ਨਾਲ ਮਿਲਾਨ ਕੀਤਾ ਹੈ, ਇਹ ਉਹ ਹੈ ਜਿਸ ਨਾਲ ਕਿ ਛੋਟੀਆਂ ਚੀਜ਼ਾਂ ਵੱਡੀ ਚੀਜ਼ ਦੇ ਵੱਲ ਅਟਰੈਕਟ ਹੁੰਦੀਆਂ ਹਨ, ਆਕਰਸ਼ਿਤ ਹੁੰਦੀਆਂ ਹਨ. It is the force which makes things fall by their weight. ਇਹ ਇੱਕ ਤਾਕਤ ਹੈ ਜਿਸ ਨਾਲ ਚੀਜ਼ਾਂ ਆਪਣੇ ਭਾਰ ਕਰਕੇ ਨੀਚੇ ਗਿਰਦੀਆਂ ਹਨ. The earth being the biggest thing near us attracts everything we have. ਸਾਡੇ ਨੇੜੇ ਮੌਜੂਦ ਧਰਤੀ ਜੋ ਕਿ ਸਾਡੇ ਸਾਰਿਆਂ ਤੋਂ ਵੱਡੀ ਹੈ, ਇਹ ਸਾਡੀਆਂ ਸਾਰੀਆਂ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ. In this way our earth also shot out from the sun. ਇਸੇ ਤਰ੍ਹਾਂ ਸਾਡੀ ਧਰਤੀ ਵੀ ਸੂਰਜ ਤੋਂ ਇੱਕ ਧਮਾਕੇ ਦੇ ਨਾਲ ਅਲੱਗ ਹੋਈ. It must have been very hot. ਇਹ ਸੂਰਜ ਤੋਂ ਟੁੱਟਣ ਵੇਲੇ ਬਹੁਤ ਗਰਮ ਹੋਵੇਗੀ. With terrible hot gases, ਬਹੁਤ ਹੀ ਭਿਆਨਕ ਗਰਮ ਗੈਸਾਂ ਕਰਕੇ and air all around it, ਅਤੇ ਇਸ ਦੇ ਇਰਦ ਗਿਰਦ ਹਵਾ ਕਰਕੇ. But as it was very much smaller than the sun, it started to cool. ਪਰ ਕਿਉਂਕਿ ਇਹ ਸੂਰਜ ਤੋਂ ਬਹੁਤ ਛੋਟੀ ਸੀ, ਇਸ ਕਰਕੇ ਇਹ ਠੰਡੀ ਹੋਣੀ ਸ਼ੁਰੂ ਹੋ ਗਈ. The sun also is getting less hot, but it will take millions of years to cool down. ਸੂਰਜ ਵੀ ਘੱਟ ਗਰਮ ਹੋ ਰਿਹਾ ਹੈ, ਪਰ ਇਸ ਦਾ ਤਾਪਮਾਨ ਘਟਦੇ ਕਈ ਲੱਖਾਂ ਹੀ ਸਾਲ ਲੱਗ ਜਾਣਗੇ. The earth took much less time to cool. ਧਰਤੀ ਨੇ ਠੰਡੇ ਹੋਣ ਲਈ ਬਹੁਤ ਘੱਟ ਸਮਾਂ ਲਿਆ. When it was hot, ਜਦੋਂ ਇਹ ਗਰਮ ਸੀ, of course nothing could live on it. ਯਕੀਨਨ ਉਸ ਵੇਲੇ ਉੱਥੇ ਕੋਈ ਵੀ ਨਹੀਂ ਰਹਿ ਸਕਦਾ ਸੀ. No man or animal or plant or tree. ਨਾ ਹੀ ਕੋਈ ਵਿਅਕਤੀ, ਨਾ ਹੀ ਕੋਈ ਜਾਨਵਰ, ਨਾ ਹੀ ਕੋਈ ਪੌਦਾ ਅਤੇ ਨਾ ਹੀ ਕੋਈ ਦਰਖਤ. Everything would have been burnt up then. ਹਰ ਚੀਜ਼ ਉਸ ਵੇਲੇ ਸੜ ਕੇ ਸਵਾਹ ਹੋ ਜਾਂਦੀ. Just as a bit of the sun shot out and became the earth. ਕਿ ਜਿਸ ਤਰ੍ਹਾਂ ਸੂਰਜ ਤੋਂ ਇੱਕ ਟੁਕੜਾ ਅਲੱਗ ਹੋਣ ਤੇ ਧਰਤੀ ਦਾ ਨਿਰਮਾਣ ਹੋਇਆ, so also a bit of the earth shot out and became the moon. ਇਸੇ ਤਰ੍ਹਾਂ ਧਰਤੀ ਤੋਂ ਇੱਕ ਟੁਕੜਾ ਅਲੱਗ ਹੋ ਕੇ moon ਦਾ ਨਿਰਮਾਣ ਹੋਇਆ. Many people think that the moon came out of the great hollow which is now the Pacific Ocean between America and Japan. ਬਹੁਤ ਸਾਰੇ ਲੋਕ ਇਹ ਸੋਚਦੇ ਹਨ ਕਿ ਧਰਤੀ ਦੇ ਜਿਸ ਜਗ੍ਹਾ ਤੋਂ ਚੰਨ ਨਿਕਲ ਕੇ ਅਲੱਗ ਹੋਇਆ ਉਸ ਜਗ੍ਹਾ ਤੇ ਹੁਣ ਸ਼ਾਂਤ ਮਹਾਸਾਗਰ ਹੈ ਜੋ ਕਿ ਅਮਰੀਕਾ ਅਤੇ ਜਾਪਾਨ ਦੇ ਵਿਚਕਾਰ ਹੈ. So the earth started to cool. So ਇਸ ਤਰ੍ਹਾਂ ਧਰਤੀ ਠੰਡੀ ਹੋਣੀ ਸ਼ੁਰੂ ਹੋਈ. It took a long time over it. ਇਸ ਨੂੰ ਅਜਿਹਾ ਕਰਨ ਤੇ ਬਹੁਤ ਸਮਾਂ ਲੱਗਿਆ. Gradually the surface of the earth became cooler although the interior remained very hot. ਹੌਲੀ ਹੌਲੀ ਧਰਤੀ ਦਾ ਉੱਪਰਲਾ ਤਲ ਠੰਡਾ ਹੋ ਗਿਆ ਭਾਵੇਂ ਅਜੇ ਵੀ ਧਰਤੀ ਦਾ
अंदरला हिस्सा बहुत गर्म है। Even now if you go down a coal mine it becomes hotter and hotter as you go down। ਹੁਣ ਵੀ ਜਿੰਨਾ ਤੁਸੀਂ ਕਿਸੇ ਕੋਲੇ ਦੀ ਖਾਣ ਦੇ ਨੀਚੇ ਜਾਂਦੇ ਰਹੋਗੇ ਓਨੀ ਹੀ ਧਰਤੀ ਗਰਮ ਹੁੰਦੀ ਜਾਏਗੀ। Probably if you could go down deep enough inside the earth you would find it red hot। ਸ਼ਾਇਦ ਜੇ ਤੁਸੀਂ ਧਰਤੀ ਦੇ ਅੰਦਰ ਡੂੰਘਾ ਜਾ ਸਕੋ ਤਾਂ ਤੁਸੀਂ ਪਾਓਗੇ ਕਿ ਧਰਤੀ ਅੰਦਰੋਂ ਇੰਨੀ ਗਰਮ ਹੈ ਕਿ ਉਹ ਲਾਲ ਸੂਹੀ ਹੈ। The moon also started to cool and because it was much smaller than even the earth it cooled more quickly than the earth। ਚੰਨ ਨੇ ਵੀ ਠੰਡਾ ਹੋਣਾ ਸ਼ੁਰੂ ਕੀਤਾ ਪਰ ਕਿਉਂਕਿ ਇਹ ਧਰਤੀ ਤੋਂ ਵੀ ਛੋਟਾ ਸੀ ਸੋ ਇਸ ਕਰਕੇ ਇਹ ਧਰਤੀ ਨਾਲੋਂ ਜ਼ਿਆਦਾ ਜਲਦੀ ਠੰਡਾ ਹੋ ਗਿਆ। It looks delightfully cool, does it not? ਇਹ ਬਹੁਤ ਹੀ ਖੁਸ਼ਨੁਮਾ ਠੰਡਾ ਲੱਗਦਾ ਹੈ ਕਿ ਇਹ ਨਹੀਂ ਲੱਗਦਾ? It is called the cold moon। ਇਸ ਨੂੰ ਠੰਡਾ ਚੰਨ ਵੀ ਕਿਹਾ ਜਾਂਦਾ ਹੈ। Perhaps it is full of glaciers and ice fields। ਸ਼ਾਇਦ ਇਹ ਗਲੇਸ਼ੀਅਰਸ ਅਤੇ ਬਰਫਾਨੀ ਮੈਦਾਨਾਂ ਨਾਲ ਭਰਿਆ ਹੋਵੇ। When the earth cooled, ਜਦੋਂ ਧਰਤੀ ਠੰਡੀ ਹੋਈ all the water vapor in the air condensed into water। ਤਾਂ ਹਵਾ ਵਿੱਚ ਮੌਜੂਦ ਪਾਣੀ ਦੇ ਵਾਸ਼ਪ ਸੰਘਣੇ ਹੋ ਕੇ ਪਾਣੀ ਬਣ ਗਏ and probably came down as rain। ਅਤੇ ਸ਼ਾਇਦ ਉਹ ਬਾਰਿਸ਼ ਦੀ ਸ਼ਕਲ ਵਿੱਚ ਨੀਚੇ ਆਏ। It must have rained a tremendous lot then। ਉਸ ਵੇਲੇ ਹੋ ਸਕਦਾ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਬਾਰਿਸ਼ ਹੋਈ ਹੋਵੇ। All this water filled the great hollows in the earth। ਇਸ ਸਾਰੇ ਬਾਰਿਸ਼ ਦੇ ਪਾਣੀ ਨੇ ਧਰਤੀ ਦੇ ਵਿੱਚ ਮੌਜੂਦ ਵੱਡੇ ਖੱਡਾਂ ਨੂੰ ਭਰ ਦਿੱਤਾ। And so the great oceans and seas are formed। ਅਤੇ ਇਸੇ ਤਰ੍ਹਾਂ ਮਹਾਸਾਗਰ ਅਤੇ ਸਾਗਰਾਂ ਦਾ ਨਿਰਮਾਣ ਹੋਇਆ। As the earth became cooler and the oceans also became cooler। ਧਰਤੀ ਦੇ ਠੰਡੇ ਹੋਣ ਦੇ ਨਾਲ-ਨਾਲ ਇਹ ਮਹਾਸਾਗਰ ਵੀ ਠੰਡੇ ਹੋ ਗਏ। It became possible for living things to exist on the earth's surface or in the sea। ਤੇ ਇਸੇ ਤਰ੍ਹਾਂ ਹੀ ਜੀਵਾਂ ਦੀ ਹੋਂਦ ਧਰਤੀ ਦੇ ਤਲ ਤੇ ਅਤੇ ਸਮੁੰਦਰ ਦੇ ਵਿੱਚ ਸੰਭਵ ਹੋ ਪਾਈ। ਸੋ ਇਹ ਸੀ ਸਾਡਾ ਲੈਸਨ ਦ ਮੇਕਿੰਗ ਆਫ ਦ ਅਰਥ ਜਿਹਦੇ ਵਿੱਚ ਅਸੀਂ ਦੇਖਿਆ ਕਿ ਸੂਰਜ ਵਿੱਚ ਧਮਾਕੇ ਤੋਂ ਬਾਅਦ ਕਿਸ ਤਰ੍ਹਾਂ ਗ੍ਰਹਿ ਅਤੇ ਉਪਗ੍ਰਹਿ ਉਸ ਤੋਂ ਅਲੱਗ ਹੁੰਦੇ ਹਨ ਤੇ ਕਿਸ ਤਰ੍ਹਾਂ ਹੌਲੀ-ਹੌਲੀ ਉਹ ਠੰਡੇ ਹੋ ਰਹੇ ਹਨ ਜਾਂ ਕਈ ਹੋ ਚੁੱਕੇ ਹਨ। ਮੂਨ ਕਿਸ ਤਰ੍ਹਾਂ ਬਣਿਆ, ਸਾਗਰ ਮਹਾਸਾਗਰ ਕਿਸ ਤਰ੍ਹਾਂ ਬਣੇ। ਸੋ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਕੁਝ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਮਿਲਦੇ ਹਾਂ ਅਗਲੀ ਵੀਡੀਓ ਵਿੱਚ ਜਿਹਦੇ ਵਿੱਚ ਅਸੀਂ ਇਸ ਦੇ ਕੁਝ ਕੁਐਸਚਨ ਆਨਸਰਸ ਡਿਸਕਸ ਕਰਾਂਗੇ। ਥੈਂਕ ਯੂ ਵੈਰੀ ਮਚ।